रोड के उत्ते बह के किसी को परमिशन लेनी या किदां, क्योंकि मैं जो काम शुरू करन तो पहला गेड़ा कढ़िया कि मैं किहड़ा एरिया साफ आ ते किहड़ा इत्थे आम लोग जो प्रवासी लोग जिहड़े रेहड़ियां ला के बैठे सी उन्हां दे विच मम्मी आके बह गया ये भी बैठे ने तां मम्मी आपदा काम शुरू कर लैना वा। चंगा ना लगदा किसी नूं सिंह किरत करदा, क्योंकि जे कोई सिंह माड़ा काम करदा हुंदा फिर शायद कहना चल कोई गल नहीं, करी नशा वेचदा, कोई गोली गट्टा वेचदा, कोई माड़ा काम करदा फिर ठीक सी शायद। कारपोरेशन वाले ਜਿਹੜੇ ਅਫਸਰ ਆਏ ਸੀਗੇ ਮੇਰਾ ਸਮਾਨ ਚੱਕ ਕੇ ਲੈ ਗਏ, ਜੋ ਮੇਰਾ ਸੁਨਹਿਰਾ ਸਲੂਤਰ ਸੀਗਾ ਜਦੋਂ ਉਹਨਾਂ ਨੂੰ ਹੱਥ ਪਾਇਆ ਤਾਂ ਫਿਰ ਉਹਨਾਂ ਨੇ ਮੈਂ ਥੋੜਾ ਜਿਹਾ ਤੱਤਾ ਹੋਇਆ ਕਿ ਮੈਂ ਸੁਨਹਿਰੇ ਸਲੂਤਰ ਨੂੰ ਨਹੀਂ ਹੱਥ ਲਾਉਣ ਦੇ ਸਕਦਾ, ਕਿਉਂਕਿ ਇਹਦੀ ਤਾਂ ਮੈਂ ਪੂਜਾ ਕਰਦਾ ਆ। ਇਹ ਪਾਸ਼ਾ ਦਿੱਤਾ ਹੋਇਆ ਅਸੀਂ ਮੰਗ ਕੇ ਲਈ ਆਏ, ਕੁਰਬਾਨੀਆਂ ਕਰਕੇ ਸੁਨਹਿਰਾ ਸਲੂਤਰ ਲਿਆ ਵਾ, ਇਸ ਕਰਕੇ ਅਸੀਂ ਇਹਨੂੰ ਝੂਠਾ ਹੱਥ ਜਾਂ ਇਹਨੂੰ ਜੋੜਾ ਪਾ ਕੇ ਕੋਈ ਆਮ ਬੰਦਾ ਇਹਨੂੰ ਹੱਥ ਨਹੀਂ ਲਾ ਸਕਦਾ। ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਚਿੱਟਾ ਵਿਕ ਰਿਹਾ ਥਾਂ ਥਾਂ ਦੇ ਉੱਤੇ, ਤੰਬਾਕੂ ਵਿਕ ਰਿਹਾ ਥਾਂ ਥਾਂ ਤੇ, ਪਵਿੱਤਰ ਸ਼ਹਿਦ ਦਾ ਦਰਜਾ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਸ਼ਰਾਬ ਦੇ ਠੇਕੇ ਨੇ ਥਾਂ ਥਾਂ ਤੇ, ਆਪਾਂ ਉੱਧਰ ਡਿਗਾ ਕਰੀਏ। ਇਹਨੇ ਕਹਿੰਦੇ ਕੁੱਬੇ ਦੀ ਲੱਤ ਮਾਰੀ ਲੱਖ ਸਿੱਧਾ ਹੋ ਗਿਆ, ਉਹ ਹੋਰ ਸੋਹਣਾ ਪਹਿਰਾ ਹੋ ਗਿਆ ਵੀ ਇੱਥੇ ਵੇਰਕਾ ਬੂਥ ਵਾਲੇ ਨੂੰ ਹਿੰਦੂ ਨੌਜਵਾਨ ਇੱਕ ਉਹਨਾਂ ਵੀਰ ਨੇ ਆਪ ਆਵਾਜ਼ ਮਾਰ ਕੇ ਤੇ ਆਪਣੇ ਉੱਥੇ ਲਵਾਇਆ ਬੂਥ। ਆਓ ਅਸੀਂ ਤਾਂ ਤੁਰਦੇ ਦਿਖਾਉਣੇ ਤੁਹਾਨੂੰ ਕਿੰਨੇ ਨਜਾਇਜ਼ ਕਬਜ਼ੇ ਨੇ, ਕਿੰਨੀਆਂ ਸਰਕਾਰੀ ਜ਼ਮੀਨ ਦਬ ਕੇ ਲੋਕ ਬੈਠੇ, ਉਧਰ ਕਿਉਂ ਨਹੀਂ ਹੁੰਦੇ ਆਪਾਂ। ਇੱਕ ਕੋਈ ਗਰੀਬ ਆਪਣੀ, ਕਿਉਂਕਿ ਸਾਡੀਆਂ ਸੰਸਥਾਵਾਂ 'ਚ ਵੀ ਘਾਟ ਆ। ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਬਾਹਰ ਇੱਕ ਨਿਹੰਗ ਸਿੰਘ ਵੱਲੋਂ ਸ਼ਰਦਾਈ ਦੀ ਦੁਕਾਨ ਲਗਾਈ ਸੀ। ਹਰ ਰੋਜ਼ ਸੈਂਕੜੇ ਲੋਕ ਇੱਥੋਂ ਸ਼ਰਦਾਈ ਦਾ ਆਨੰਦ ਮਾਣਦੇ ਸਨ। ਬੀਤੇ ਕੱਲ ਨਗਰ ਨਿਗਮ ਦੇ ਵੱਲੋਂ ਉਸ ਨਿਹੰਗ ਸਿੰਘ ਤੇ ਕਾਰਵਾਈ ਕੀਤੀ ਗਈ। ਜਦੋਂ ਦੁਕਾਨ ਲਾਈ ਗਈ ਸੀ ਤਾਂ ਉੱਥੇ ਦੁਕਾਨ ਦਾ ਸਮਾਨ ਚੁੱਕਿਆ ਗਿਆ। ਨਿਹੰਗ ਸਿੰਘ ਜਥੇਬੰਦੀਆਂ ਪਰਮਜੀਤ ਸਿੰਘ ਕਾਲੀ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਹੋਏ ਨੇ ਤੇ ਨਿਹੰਗ ਸਿੰਘ ਗੁਲਾਬ ਸਿੰਘ ਵੀ ਇੱਥੇ ਸਾਡੇ ਨਾਲ ਮੌਜੂਦ ਨੇ। ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦੇਣਗੇ। ਇਹ ਉਹ ਨਿਹੰਗ ਸਿੰਘ ਵੀਰ ਗੁਲਾਬ ਸਿੰਘ ਹੈ ਜਿਨ੍ਹਾਂ ਦੇ ਵੱਲੋਂ ਲੰਮੇ ਸਮੇਂ ਤੋਂ ਇੱਥੇ ਸਰਦਾਈ ਦੀ ਦੁਕਾਨ ਲਗਾਈ ਜਾ ਰਹੀ ਸੀ, ਪਰ ਕਿਤੇ ਨਾ ਕਿਤੇ ਇਹ ਸਰਦਾਈ ਦੀ ਦੁਕਾਨ ਜਿਹੜੀ ਸੀ ਇਹ ਰੜਕ ਸੀ। ਪਰਮਜੀਤ ਸਿੰਘ ਕਾਲੀ ਸਾਡੇ ਨਾਲ ਨੇ। ਕਾਲੀ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ, ਇੱਕ ਦੁਕਾਨ ਚੱਲ ਰਹੀ ਸੀ, ਕਾਰਵਾਈ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਪ੍ਰਸ਼ਾਸਨ ਦੀ ਜੇ ਗੱਲ ਕਰੀਏ ਮੈਨੂੰ ਲੱਗਦਾ ਉਹਨਾਂ ਨੂੰ ਉੱਤੋਂ ਹੁਕਮ ਹੋਊਗਾ ਸ਼ਾਇਦ, ਕਿਸੇ ਚੰਗਾ ਨਾ ਲੱਗਦਾ ਕਿਸੇ ਨੂੰ ਸਿੰਘ ਕਿਰਤ ਕਰਦਾ, ਕਿਉਂਕਿ ਜੇ ਕੋਈ ਸਿੰਘ ਮਾੜਾ ਕੰਮ ਕਰਦਾ ਹੁੰਦਾ ਫਿਰ ਸ਼ਾਇਦ ਕਹਿਣਾ ਚਲ ਕੋਈ ਗੱਲ ਨਹੀਂ, ਕਰੀ ਨਸ਼ਾ ਵੇਚਦਾ, ਕੋਈ ਗੋਲੀ ਗੱਟਾ ਵੇਚਦਾ, ਕੋਈ ਮਾੜਾ ਕੰਮ ਕਰਦਾ ਫਿਰ ਠੀਕ ਸੀ ਸ਼ਾਇਦ। ਪਰ ਇੱਕੋ ਆਪਣੀ ਕਿਰਤ ਕਰ ਰਿਹਾ, ਦੇਖੋ ਜਿਹੀ ਚੀਜ਼ ਜਿਹੜੀ ਆ ਉਹ ਸ਼ਿਕਾਰ ਆ ਜਿਹੜੀ ਸਿਹਤ ਵਾਸਤੇ ਚੰਗੀ ਹੈ, ਕੋਈ ਨੁਕਸਾਨ ਨਹੀਂ ਕਰਦੀ ਕਿਸੇ ਦਾ ਕਿਸੇ ਵੀ ਤਰੀਕੇ ਨਾਲ, ਤੇ ਉਹ ਆਪਣੀ ਕਿਰਤ ਕਰਦਾ ਸੀ। ਪਰ ਪ੍ਰਸ਼ਾਸਨ ਨੂੰ ਇਸ ਤਰੀਕੇ ਨਾਲ ਮੈਂ ਕਹਿੰਦਾ ਵੇਖੋ ਕਾਰਵਾਈ ਕਰਨੀ ਇੱਕ ਵੱਖਰਾ ਵਿਸ਼ਾ ਵੀ ਉਹਨਾਂ ਦਾ ਡਿਊਟੀ ਆ, ਮੰਨ ਲੈਂਦੇ ਆ, ਪਰ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ। ਜੇ ਕਿਸੇ ਨੂੰ ਨਹੀਂ ਪਤਾ ਵੀ ਭਾਈ ਇੱਥੇ ਇਦਾਂ ਦਾ, ਕਿਉਂਕਿ ਆਮ ਲੱਗੀਆਂ ਰੇਹੜੀਆਂ ਵੇਖ ਕੇ ਉਹ ਸਿੰਘ ਨੇ ਵੀ ਆਪਣਾ ਕੰਮ ਉੱਥੇ ਕਰ ਲਿਆ, ਕੋਈ ਪੱਕਾ ਕਬਜ਼ਾ ਤਾਂ ਕਰ ਨਹੀਂ ਸੀ ਲਿਆ, ਆਜ ਹੀ ਤੌਰ ਤੇ ਆਪਣਾ ਸਮਾਨ ਰੱਖਿਆ ਸੀ। ਉੱਥੇ ਆਉਂਦੇ ਪ੍ਰਸ਼ਾਸਨ ਵਾਲੇ ਨੂੰ ਕਹਿੰਦੇ ਵੀ ਸਿੰਘਾ ਇਦਾਂ ਨਹੀਂ, ਇਦਾਂ ਪਹਿਰਾ ਵਾ, ਤੁਸੀਂ ਇੱਥੇ ਨਾ, ਸਿੰਘ ਚੱਕ ਲੈਂਦਾ ਆਪਣਾ, ਪਰ ਇਦਾਂ ਆ ਕੇ ਧੱਕੇ ਜੋਰੀ ਸਮਾਨ ਚੱਕ ਕੇ ਲੈ ਜਾਣਾ, ਇਸ ਤਰੀਕੇ ਨਾਲ ਟਰੀਟ ਕਰਨਾ, ਮੈਨੂੰ ਲੱਗਦਾ ਇਹ ਸਾਡੇ ਸਿੰਘ ਦੀ ਸਹਿਣਸ਼ੀਲਤਾ ਵਾ ਕਿ ਉਹਨੇ ਬੜੀ ਸਹਿਜ ਤੇ ਸੰਜਮ ਦੇ ਨਾਲ ਗਾੜੀਓ ਫਿਰ ਵੀ ਗੱਲ ਕੀਤੀ, ਤੇ ਹੁਣ ਵੀ ਉਹ ਇਹੀ ਕਹਿ ਰਿਹਾ ਕਿ ਮਾਂ ਦਾ ਹੁਕਮ ਆ, ਉਹਦੇ ਹੁਕਮ 'ਚ ਜੋ ਹੋਇਆ ਹੋਇਆ। ਪਰ ਅਸੀਂ ਖੜੇ ਆਪਣੇ ਭਰਾਵਾਂ ਦੇ ਨਾਲ ਸੇਵਾਦਾਰ ਹੋਣ ਦੇ ਨਾਤੇ। ਦੂਸਰਾ, ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਚਿੱਟਾ ਵਿਕ ਰਿਹਾ ਥਾਂ ਥਾਂ ਦੇ ਉੱਤੇ, ਤੰਬਾਕੂ ਵਿਕ ਰਿਹਾ ਥਾਂ ਥਾਂ ਤੇ, ਪਵਿੱਤਰ ਸ਼ਹਿਦ ਦਾ ਦਰਜਾ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਸ਼ਰਾਬ ਦੇ ਠੇਕੇ ਨੇ ਥਾਂ ਥਾਂ ਤੇ, ਆਪਾਂ ਉੱਧਰ ਨਿਗਾਹ ਕਰੀਏ। ਚਿੱਟੇ ਨਾਲ ਨੌਜਵਾਨਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਨੌਜਵਾਨ ਟੀਕਿਆਂ ਨਾਲ ਮਰ ਰਹੇ ਨੇ, ਆਪਾਂ ਉੱਧਰ ਨਿਗਾਹ ਕਰੀਏ। ਇਹ ਤਾਂ ਕੋਈ ਨਸ਼ਾ ਨਹੀਂ ਵੇਚ ਰਿਹਾ ਸਿੰਘ, ਕਿਉਂਕਿ ਬਹੁਤਿਆਂ ਦੇ ਮਨਾਂ 'ਚ ਕਈਆਂ ਦੇ ਸਵਾਲ ਆ ਵੀ ਸ਼ਾਇਦ ਦੇਗ ਵਰਤ ਸਿੰਘ ਛਕਾਉਂਦਾ ਇੱਥੇ, ਸ਼ਹੀਦੀ ਦੇਗ ਜਿਹਨੂੰ ਆਪਾਂ ਕਹਿੰਦੇ ਨਿਹੰਗ ਸਿੰਘ ਛਕਦੇ ਆ। ਬਿਲਕੁਲ ਨਹੀਂ, ਇਦਾਂ ਦੀ ਕੋਈ ਗਲਤ ਫਹਿਮੀ ਜਿਹੜੇ ਮਨ 'ਚ ਨਾ ਰੱਖੋ। ਸ਼ਰਦਾਈ ਬਦਾਮ ਰਗੜ ਕੇ, ਖਸਕਾਸ ਰਗੜ ਕੇ ਸਿੰਘ ਛਕਾਉਂਦਾ, ਉਹ 'ਚ ਕੋਈ ਨਸ਼ਾ ਨਹੀਂ ਹੁੰਦਾ। ਉਹ ਇਹ ਸਿਹਤ ਵਾਸਤੇ ਬੜੀ ਪੌਸ਼ਟਿਕ ਆ, ਦਿਮਾਗ ਵਾਸਤੇ ਬੜੀ ਪੌਸ਼ਟਿਕ ਆ, ਸਾਇੰਸਫਿਕਲੀ ਵੀ ਉਹਨੂੰ ਸਿੱਧ ਹੋ ਚੁੱਕਾ ਵਾ, ਤਾਂ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ। ਤਾਂ ਕਿਰਤ ਕਰਦਾ ਆਪਣੀ, ਤੁਹਾਨੂੰ ਕਿਰਤ ਕਰਨ ਦਿਓ ਆਪਣੀ। ਅਕਾਲੀ ਸਾਹਿਬ, ਅੰਮ੍ਰਿਤਸਰ ਦੇ ਚੱਪੇ ਚੱਪੇ ਤੇ ਬਹੁਤ ਸਾਰੇ ਲੋਕਾਂ ਨੇ ਐਸੀਆਂ ਦੁਕਾਨਾਂ ਲਗਾਈਆਂ ਨੇ, ਖਾਸ ਕਰਕੇ ਮੇਰੇ ਹਿਸਾਬ ਨਾਲ 90% ਪ੍ਰਵਾਸੀ ਮਜ਼ਦੂਰ ਨੇ, ਪਰ ਮੈਨੂੰ ਲੱਗਦਾ ਕਾਰਵਾਈ ਕੋਈ ਨਹੀਂ ਉਹਨਾਂ ਤੇ। ਮੈਂ ਫਿਰ ਮਹਿਸੂਸ ਕਰਾਇਆ ਜਾਂਦਾ ਨਾ ਤੁਹਾਨੂੰ, ਫਿਰ ਸਾਨੂੰ ਮਜਬੂਰਨ ਕਹਿਣਾ ਪੈਂਦਾ ਵੀ ਅਸੀਂ ਟਾਰਗੇਟ ਕਿਉਂ ਹੁੰਨੇ ਆ। ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ, ਜੇ ਅਸੀਂ ਆਪਣੇ ਹੋ ਰਹੇ ਆਪਣੇ ਨਾਲ ਧੱਕੇ ਦੀ ਗੱਲ ਕਰਦੇ ਆ, ਫਿਰ ਸਾਨੂੰ ਹੀ ਉਸ ਤਰੀਕੇ ਨਾਲ ਟਾਰਗੇਟ ਕਿਉਂ ਕੀਤਾ ਜਾਂਦਾ ਮਜਬੂਰਨ। ਜੇਕਰ ਮੰਨ ਲਓ ਐਗਜ਼ਾਮਪਲ, ਜੇ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਕੀਤਾ, ਜੇ ਸਿੰਘ ਗਾੜੀਆਂ ਦੂਜਾ ਰੂਪ ਵਿਖਾਉਂਦਾ ਆਪਣਾ, ਫਿਰ ਕਹਿਣਾ ਸੀ ਨਿਹੰਗ ਨੇ ਐ ਕਰਤਾ, ਨਿਹੰਗ ਨੇ ਕਹਿਣਾ ਸੀ ਨਾ ਲੋਕਾਂ ਨੇ, ਪਰ ਉਹਨੇ ਵੇਖੋ ਸਹਿਜ ਰੱਖੀ ਆਪਣੀ। ਜੇ ਬਾਣੀ ਵਾਲਾ ਸਿੰਘ ਆ, ਉਹਨੇ ਆਪਣੇ ਮਨ 'ਚ ਸਹਿਜ ਰੱਖਦੀ। ਹੁਣ ਵੀ ਸ਼ੁਕਰਾਨਾ ਹੀ ਕਰ ਰਿਹਾ ਉਹ ਵੀ ਮਾਰ ਦਾ ਹੁਕਮ ਸੀ, ਸਗੋਂ ਮਾਰੇ ਨੇ ਕਹਿੰਦੇ ਕੁੱਬੇ ਦੀ ਲੱਤ ਮਾਰੀ ਲੱਖ ਸਿੱਧਾ ਹੋ ਗਿਆ, ਉਹ ਹੋਰ ਸੋਹਣਾ ਪਹਿਰਾ ਹੋ ਗਿਆ ਵੀ ਇੱਥੇ ਵੇਰਕਾ ਬੂਥ ਵਾਲੇ ਨੂੰ ਹਿੰਦੂ ਨੌਜਵਾਨ ਇੱਕ ਉਹਨਾਂ ਵੀਰ ਨੇ ਆਪ ਆਵਾਜ਼ ਮਾਰ ਕੇ ਤੇ ਆਪਣੇ ਉੱਥੇ ਲਵਾਇਆ ਬੂਥ ਦੇ ਲਾਗੇ ਪਹਿਰਾ ਲਵਾਤਾ। ਸੋਹਣੀ ਸਗੋਂ ਜਗ੍ਹਾ ਮਿਲ ਗਈ, ਇੱਥੇ ਖੁੱਲੀ ਡੁੱਲੀ, ਇੱਥੇ ਕੋਈ ਪਾਰਕਿੰਗ ਦੀ ਪ੍ਰੋਬਲਮ ਨਹੀਂ ਹੈਗੀ, ਕੋਈ ਟ੍ਰੈਫਿਕ ਨਹੀਂ ਜਾਮ ਹੋਣਾ, ਮੈਨੂੰ ਲੱਗਦਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੋਣੀ। ਸੋ ਮਹਾਰਾਜ ਜੋ ਕਰਦੇ ਨੇ ਸੋਹਣਾ ਕਰਦੇ ਨੇ। ਬਾਕੀ ਅਸੀਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਬਿਲਕੁਲ ਪ੍ਰਸ਼ਾਸਨ
ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਦੀ ਨਿਗਾਹ ਰੱਖਣੀ ਚਾਹੀਦੀ ਆ। ਜਾਂ ਤਾਂ ਫਿਰ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਤਰੀਕੇ ਨਾਲ ਸਾਇਨ ਕਰੋ, ਇੱਕ ਵੱਡਿਓ ਕਰੋ। ਆਓ ਅਸੀਂ ਤਾਂ ਤੁਰਦੇ ਦਿਖਾਉਣੇ ਤੁਹਾਨੂੰ ਕਿੰਨੇ ਨਜਾਇਜ਼ ਕਬਜ਼ੇ ਨੇ, ਕਿੰਨੀਆਂ ਸਰਕਾਰੀ ਜ਼ਮੀਨ ਦਬ ਕੇ ਲੋਕ ਬੈਠੇ, ਉਧਰ ਕਿਉਂ ਨਹੀਂ ਹੁੰਦੇ ਆਪਾਂ। ਇੱਕ ਕੋਈ ਗਰੀਬ ਆਪਣੀ, ਕਿਉਂਕਿ ਸਾਡੀਆਂ ਸੰਸਥਾਵਾਂ 'ਚ ਵੀ ਘਾਟ ਆ। ਸਾਡੀ ਸਰਮੌਰ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਉਹਨਾਂ ਦਾ ਫਰਜ਼ ਬਣਦਾ ਵੀ ਸਾਡੇ ਸਿੱਖ ਨੌਜਵਾਨ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਉਹਨਾਂ ਨੂੰ ਕੋਈ ਕੰਮਕਾਰ ਖੋਲ੍ਹ ਕੇ ਦਿੱਤਾ ਜਾਵੇ, ਕੋਈ ਦੇਖਿਆ ਜਾਵੇ। ਜੇ ਉਹ ਆਪਣੇ ਸਿਰ ਬਸਿਰ ਹੋਣ ਵਾਸਤੇ ਆਪ ਕੁਝ ਕਰਦੇ ਨੇ, ਉਹਨਾਂ ਦਾ ਸਾਥ ਦੇਣ ਦੀ ਜਗ੍ਹਾ ਉਹਨਾਂ ਨੇ ਇਸ ਤਰ੍ਹਾਂ ਸਰਕਾਰਾਂ ਜਾਂ ਪ੍ਰਸ਼ਾਸਨ ਟਰੀਟ ਕਰੂਗਾ ਤੇ ਬੜਾ ਮਾੜਾ ਤੇ ਮੰਦਭਾਗਾ ਵਾ। ਅਕਾਲੀ ਸਾਹਿਬ ਕੀ ਲੱਗਦਾ ਕਿਸੇ ਨੇ ਸ਼ਿਕਾਇਤ ਕੀਤੀ ਹੈ, ਕੋਈ ਵੱਡਾ ਦੁਕਾਨਦਾਰ ਸੀ ਜਿਹਨੂੰ ਕੋਈ ਵੱਡਾ ਘਾਟਾ ਪੈ ਰਿਹਾ ਸੀ? ਸੁਭਾਵਕ ਤੌਰ ਤੇ ਇਹ ਤਾਂ ਹੈ ਹੀ ਹੈ ਜੀ, ਵੇਖੋ 100% ਹੀ ਹੈ ਨਾ, ਨਹੀਂ ਤੇ ਇੰਨੀ ਦੁਨੀਆ ਕਰੀ ਜਾਂਦੀ ਹੈ, ਕਿਸੇ ਨੂੰ ਪ੍ਰੋਬਲਮ ਕੀ ਸੀਗੀ। ਉਹ ਤਾਂ ਕੋਈ ਸ਼ਿਕਾਇਤ ਕਿਸੇ ਨੂੰ ਲੱਗਦਾ ਹੋਊ ਕੋਈ ਮੁਸ਼ਕਲ, ਪਰ ਮੈਂ ਫਿਰ ਉਹ ਕਹਿੰਦਾ ਵੀ ਸਾਨੂੰ ਤੇ ਕਿਉਂਕਿ ਸਾਨੂੰ ਤੇ ਮਹਾਰਾਜ ਦਾ ਹੁਕਮ ਹੈ ਨਾ, ਅਸੀਂ ਉਸ ਹੁਕਮ 'ਚ ਚੱਲਣ ਵਾਲੇ ਬੰਦੇ ਆ ਵੀ ਠੀਕ ਆ, ਕੋਈ ਗੱਲ ਨਹੀਂ, ਉਹਨਾਂ ਦੀ ਡਿਊਟੀ ਸਾਨੂੰ ਨਿਭਾ ਲਈ, ਸਾਨੂੰ ਆਪਣੀ ਡਿਊਟੀ ਮਾਰੇ ਲਾਈ, ਅਸੀਂ ਆਪਣੀ ਨਿਭਾ ਰਹੇ ਹਾਂ। ਇਹਨਾਂ ਦੇ ਕਰਮਾਂ ਜੋ ਹੈਗਾ ਉਹਨੂੰ ਮਿਲ ਜਾਣਾ ਸਿੰਘ ਨੂੰ, ਜਿਹੜੀ ਰੋਟੀ ਮਾਰੇ ਲਿਖੀ ਆ ਨਾ ਉਹ ਦਾਲ ਪਾਣੀ ਨੂੰ ਸਿੰਘ ਨੂੰ ਮਿਲਣਾ ਹੀ ਮਿਲਣਾ, ਕੋਈ ਜਿੰਨਾ ਮਰਜ਼ੀ ਹੋਰ ਲਾ ਲੇ। ਪਰ ਇਸ ਤਰ੍ਹਾਂ ਦੀ ਦੁਕਾਨ ਪੂਰੇ ਅੰਮ੍ਰਿਤਸਰ ਦੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਹੁਤ ਘੱਟ ਹੋਣਗੀਆਂ, ਪਰ ਫਿਰ ਕਿਉਂ ਕਿਸੇ ਦੇ ਘਰ ਨੂੰ ਡਾਕਾ ਪੈ ਰਿਹਾ ਸੀ, ਕਿਉਂ ਕਿਸੇ ਦੇ ਘਰ ਨੂੰ ਘਾਟਾ ਪੈ ਰਿਹਾ ਸੀਗਾ? ਇਹ ਤਾਂ ਹੁਣ ਗੁਰੂ ਜਾਣਦਾ ਜੀ। ਵੇਖੋ ਜਿਹੜੀ ਚੀਜ਼ ਸਾਡੇ ਤੱਕ ਸਾਹਮਣੇ ਨੇ ਤੱਕ ਆਈ ਨਹੀਂ, ਪਤਾ ਲੱਗ ਜਾਊਗਾ। ਵੈਸੇ ਇਹਦੀ ਕੋਈ ਗੱਲ ਨਹੀਂ, ਸਭ ਕੁਝ ਸਾਹਮਣੇ ਆ ਜਾਂਦਾ ਹੁੰਦਾ। ਪਰ ਜੇਕਰ ਕਿਸੇ ਨੂੰ ਕਿਤੇ ਢਿੱਡ ਪੀੜ ਹੁੰਦੀ ਸੀ ਤੇ ਭਾਈ ਉਦਾਂ ਕਹਿ ਦਿੰਦਾ ਤੇ ਆਪਣੀ ਜਗ੍ਹਾ ਚੇਂਜ ਕਰ ਲੈਂਦਾ ਵਿਚਾਰਾ। ਪਰ ਇਸ ਤਰੀਕੇ ਨਾਲ ਆ ਕੇ ਸ਼ਿਕਾਇਤਾਂ ਕਰਕੇ ਐਵੇਂ ਕਰਨਾ ਗਲਤ ਗੱਲ ਆ। ਪਰ ਕੋਈ ਗੱਲ ਨਹੀਂ, ਹੁਕਮ ਆ ਮਹਾਰਾਜ ਦਾ, ਖੜੇ ਆ ਭਰਾ ਦੇ ਨਾਲ, ਸਾਰਾ ਪੰਥ ਖੜਿਆ ਆਪਣੇ ਭਰਾ ਨਾਲ। ਮੈਂ ਸਗੋਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਬਹੁਤ ਵਧੀਆ ਕਾਰਜ ਆ, ਜਿੱਥੇ ਇੱਥੇ ਨਹੀਂ ਹੈਗਾ ਉੱਥੇ ਕਰੋ, ਸਗੋਂ ਕਰਕੇ ਆਪਣੀ ਕਿਰਤ ਕਰੋ। ਆਪਣਾ ਸਰਕਾਰਾਂ ਤੋਂ ਆਸ ਤਾਂ ਹੈ ਨਹੀਂ ਕੋਈ ਵੀ, ਸਾਡੀਆਂ ਸੰਸਥਾਵਾਂ ਤੋਂ ਮੈਨੂੰ ਤਾਂ ਲੱਗਦਾ ਸਾਨੂੰ ਕੋਈ ਆਸ ਨਹੀਂ ਹੈਗੀ। ਉੱਥੇ ਤਾਂ ਬਸ ਆਪੋ ਆਪਣੀਆਂ ਰੋਟੀਆਂ ਕਾਰਨ ਪੂਰੇ ਤਾਲਾ ਸਾਹਿਬ ਹੋਇਆ ਪਿਆ। ਸੋ ਠੀਕ ਆ, ਸਿੰਘ ਨੂੰ ਆਪਣੀ ਕਿਰਤ ਕਰ ਰਹੇ ਨੇ, ਬਾਣੀ ਤੇ ਬਾਣੀ ਦਾ ਸਿੰਘ ਧਾਰਨੀ ਆ, ਆਪਣੇ ਪਰਿਵਾਰ ਵਾਸਤੇ, ਮਾਪਿਆਂ ਵਾਸਤੇ ਕਰ ਰਿਹਾ, ਆਪਣੇ ਵਾਸਤੇ ਰੁਜ਼ਗਾਰ ਵਾਸਤੇ ਕਰ ਰਿਹਾ। ਤਾਂ ਕਿਸੇ ਨੂੰ ਮੁਸ਼ਕਲ ਨਹੀਂ ਹੋਣੀ ਚਾਹੀਦੀ ਕੋਈ ਵੀ। ਤਾਂ ਨਿਹੰਗ ਗੁਲਾਬ ਸਿੰਘ ਵੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਗੁਲਾਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਗੱਲਬਾਤ ਹੋ ਗਈ? ਲੰਮੇ ਸਮੇਂ ਤੋਂ ਕੰਮ ਚੱਲ ਰਿਹਾ ਸੀ, ਮੈਂ ਇੱਕ ਦਿਨ ਲੰਘ ਕੇ ਵੇਖ ਗਿਆ ਸੀ ਤੇ ਕਾਫੀ ਗਾਹਕ ਜਿਹੜੇ ਸੀ ਲੈਣਾ ਲਾ ਕੇ ਖੜੇ ਹੋਏ ਸੀਗੇ। ਕਿ ਕੱਲ ਕੀ ਗੱਲਬਾਤ ਹੋਈ ਸੀ? ਕੱਲ ਦੇਖੋ ਜੀ, ਉਹਨਾਂ ਨੂੰ ਐਂ ਲੱਗਦਾ ਸੀਗਾ ਕਿ ਟ੍ਰੈਫਿਕ ਜਾਮ ਹੁੰਦੀ ਆ। ਉਹ ਕਹਿੰਦੇ ਕਿ ਟ੍ਰੈਫਿਕ ਵਾਲਿਆਂ ਦੀ ਜਿਹੜੀ ਆ ਉਹ ਸ਼ਿਕਾਇਤ ਸਾਡੇ ਕੋਲ ਆਈ ਕਿ ਇਸ ਜਗ੍ਹਾ ਦੇ ਉੱਤੇ ਬਹੁਤ ਭੀੜ ਲੱਗਦੀ ਆ, ਤਾਂ ਟ੍ਰੈਫਿਕ ਜਾਮ ਹੁੰਦੀ ਆ। ਚਲੋ ਉਹਨਾਂ ਦੀ ਡਿਊਟੀ ਸੀ, ਉਹਨਾਂ ਨੇ ਨਿਭਾਈ ਆ। ਇੱਥੇ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸੁਖਮਨੀ ਸਾਹਿਬ 'ਚ, ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਸ ਨਾਹੀ ਹਾਥ। ਇਹ ਪਾਤਸ਼ਾਹ ਦਾ ਕੀਤਾ ਹੋਇਆ ਖੇਡ ਕੋਈ ਰਚੀ ਪਾਤਸ਼ਾਹ ਨੇ, ਕਿਉਂਕਿ ਮੇਰੇ ਚੰਗੇ ਵਾਸਤੇ ਪਾਤਸ਼ਾਹ ਨੇ ਇਹ ਖੇਡ ਜਿਹੜੀ ਰਚੀ ਆ, ਕੋਈ ਮੇਰਾ ਚੰਗਾ ਹੀ ਹੋਊਗਾ ਇਹਦੇ ਵਿੱਚ, ਤਾਂ ਚੰਗੇ ਵਾਸਤੇ ਸੋਚੀ ਸੀਗੀ। ਹੁਣ ਚੰਗਾ ਹੀ ਦੇਖੋ, ਉਥੇ ਮੈਂ ਰੋਡ ਤੇ ਬੈਠਾ ਸੀਗਾ ਥੜੇ ਲੜੇ ਮੈਦਾਨ ਦੇ, ਇੱਥੇ ਮੈਨੂੰ ਪਿੱਪਲ ਦੀ ਛਾਂ ਮਿਲ ਗਈ, ਨਾਲ ਮੈਨੂੰ ਥੜਾ ਮਿਲ ਗਿਆ। ਤਾਂ ਇੱਥੇ ਹੁਣ ਸੁਨਹਿਰਾ ਸਲੋਤਰ ਜਿਹੜਾ ਧਰਤੀ ਦੇ ਮੈਂ ਰੱਖਦਾ ਸੀਗਾ, ਹੁਣ ਉੱਥੇ ਮੈਂ ਤਰਪਾਲ ਨਹੀਂ ਸੀ ਲਾ ਸਕਦਾ, ਰੋਡ ਦੇ ਉੱਤੇ ਚੰਦੂਆ ਸਾਹਿਬ ਨਹੀਂ ਸੀ ਲਾ ਸਕਦਾ। ਇੱਥੇ ਹੁਣ ਚੰਦੂਆ ਸਾਹਿਬ ਲੱਗ ਕੇ ਜਿਹੜਾ ਸੁਨਹਿਰੇ ਸਲੋਤਰ ਦੀ ਫੁੱਲ ਮਰਿਆਦਾ ਜਿਹੜੀ ਆ, ਉੱਥੇ ਜਿਹੜੀ ਅੱਧੀ ਅਧੂਰੀ ਮਰਿਆਦਾ ਸੀਗੀ, ਜਿੰਨੀ ਰੱਖ ਸਕਦਾ ਸੀ ਰੱਖਦਾ ਸੀਗਾ। ਪਰ ਇੱਥੇ ਪਾਤਸ਼ਾਹ ਨੇ ਦੇਖਿਆ ਕਿ ਉੱਥੇ ਸੁਨਹਿਰੇ ਸਲੋਤਰ ਦੀ ਮਰਿਆਦਾ ਜਿਹੜੀ ਆ ਉਹ ਪੂਰੀ ਨਹੀਂ ਸੀ, ਅਧੂਰੀ ਸੀ। ਤੇ ਪਾਤਸ਼ਾਹ ਨੇ ਕਿਰਪਾ ਕਰਕੇ ਇੱਥੇ ਜਿਹੜਾ ਚੰਦੋਏ ਦਾ ਪਹਿਰਾ ਵੀ ਜਿਹੜਾ ਵਾ ਉਹ ਵੀ ਕਰ ਦਿੱਤਾ, ਤਾਂ ਉਹ ਥੜੇ ਦਾ ਪਹਿਰਾ ਵੀ ਕਰ ਦਿੱਤਾ, ਔਰ ਪਿੱਪਲ ਦੀ ਛਾਂ ਵੀ ਕਰ ਦਿੱਤੀ। ਪਹਿਰਾ ਜਿਹੜਾ ਸੁਨਹਿਰੇ ਸਲੋਤਰ ਦਾ ਜੋ ਸ਼ਰਦਾਈਆਂ ਦਾ ਪਹਿਰਾ ਵਾ ਉਹ ਪੂਰੀ ਮਰਿਆਦਾ ਵਿੱਚ ਹੋਊਗਾ ਜੀ। ਜਦੋਂ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸਨ ਤਾਂ ਕੀ ਗੱਲਬਾਤ ਹੋਈ, ਕਿਸ ਤਰ੍ਹਾਂ ਦਾ ਵਿਹਾਰ ਉਹਨਾਂ ਨੇ ਤੁਹਾਡੇ ਨਾਲ ਕੀਤਾ? ਉਹ ਜਿਹੜੀ ਉਹਨਾਂ ਦੀ ਡਿਊਟੀ, ਜਿਸ ਤਰ੍ਹਾਂ ਉਹਨਾਂ ਦੇ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਟ੍ਰੀਟ ਕਰਨਾ, ਉਸ ਤਰ੍ਹਾਂ ਉਹਨਾਂ ਨੇ ਕੀਤਾ। ਆ ਕੇ ਕਿ ਆਪ ਦਾ ਸਮਾਨ ਚੱਕੋ ਜੀ, ਚਲੋ ਘਰੋਂ ਚੱਲੋ ਜੀ, ਤੁਸੀਂ ਜੇ ਕੰਮ ਕਰਨਾ ਕੋਈ ਆਪਦਾ ਦੁਕਾਨ ਦਾ ਕੰਮ ਕਰੋ, ਚਲੋ ਉਹ ਉਹਨਾਂ ਦੀ ਡਿਊਟੀ ਆ, ਉਹ ਉਹਨਾਂ ਬੋਲਣ ਦਾ ਜੋ। ਕਿਉਂਕਿ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਕੋਲ ਦਫ਼ਤਰ 'ਚ ਗਿਆ ਵਾਂ, ਉਹਨਾਂ ਨੇ ਬੜਾ ਸਤਿਕਾਰ ਕੀਤਾ, ਬੜੇ ਸਤਿਕਾਰ ਨਾਲ ਬੋਲੇ। ਉਹ ਕਹਿੰਦੇ ਕਿ ਜਿਹੜਾ ਤੁਸੀਂ ਤੁਹਾਡੇ ਕੋਲ ਮੌਕੇ 'ਤੇ ਆ ਕੇ ਜਿਹੜੀ ਸਾਡੀ ਭਾਸ਼ਾ ਸੀਗੀ, ਉਹ ਅਸੀਂ ਜੇ ਤੁਹਾਡੇ ਨਾਲ ਨਿਮਰਤਾ ਵਰਤਦੇ ਜਾਂ ਮੌਕੇ 'ਤੇ ਤੁਹਾਡੇ ਨਾਲ ਜੇ ਤਰੀਕੇ ਨਾਲ ਗੱਲ ਕਰਦੇ, ਤਾਂ ਉਹਨਾਂ ਨੇ ਕਹਿਣਾ ਵੀ ਇਹ ਨਿਹੰਗ ਸਿੰਘ ਦੇ ਨਾਲ ਇਹਨਾਂ ਦਾ ਗਾਂਢਾ ਤੋਪਾ ਵਾ ਕੋਈ, ਹਨਾ ਜੀ। ਫਿਰ ਸਾਨੂੰ ਜਿਹੜਾ ਵਾ ਜਵਾਬ ਦੇਣਾ ਪੈਂਦਾ, ਇਸ ਕਰਕੇ ਸਾਡਾ ਜੋ ਤਰੀਕਾ ਸੀਗਾ ਉਹ ਇਸ ਕਰਕੇ ਇਦਾਂ ਦਾ ਸੀਗਾ। ਅਸੀਂ ਖੁਸ਼ ਹਾਂ ਕਿ ਹਾਂ ਤੁਸੀਂ ਆਪ ਦਾ ਰੋਜ਼ਗਾਰ ਕਰ ਰਹੇ ਹੋ, ਕਰੋ, ਕੋਈ ਗੱਲ ਨਹੀਂ ਆ, ਪਰ ਤੁਸੀਂ ਰੜੇ ਬਹਿ ਕੇ ਇਦਾਂ ਰੋਜ਼ਗਾਰ ਨਹੀਂ ਕਰ ਸਕਦੇ। ਤੁਸੀਂ ਆਪ ਦੀ ਕੋਈ ਛੋਟਾ ਹਾਥੀ ਲੈ ਲਓ ਜਾਂ ਕੋਈ ਰੇੜੀ ਲੈ ਲਓ ਕਿ ਜਿਹੜੇ ਨਾਲ ਤੁਸੀਂ ਸਾਨੂੰ ਇੰਜ ਲੱਗੇ ਕਿ ਤੁਰ ਫਿਰ ਕੇ ਕੰਮ ਚੱਲ ਰਿਹਾ ਵਾ। ਪਰ ਗੁਰੂ ਸਾਹਿਬ ਨੇ ਉਹ ਤੋਂ ਵਧੀਆ ਸੋਚ ਕੇ ਮੈਨੂੰ ਜਿਹੜੀ ਤੁਹਾਨੂੰ ਦੱਸੀ ਮੈਂ ਗੱਲ, ਕਿ ਮੈਨੂੰ ਜਗ੍ਹਾ ਦੇ ਦਿੱਤੀ। ਲੱਗਦਾ ਨਹੀਂ ਜਿਵੇਂ ਤੁਸੀਂ ਪਹਿਲਾਂ ਦੁਕਾਨ ਸਟਾਰਟ ਕੀਤੀ ਸੀ, ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਸਰਕਾਰੀ ਜਗ੍ਹਾ ਜਿੱਥੇ ਮੈਂ ਬੈਠ ਰਿਹਾ ਤੇ ਮੈਨੂੰ ਅਰੇਂਜਮੈਂਟ ਜਿਹੜਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ, ਕਿ ਰਾਸ ਨਹੀਂ ਹੈਗੀ? ਦੇਖੋ, ਮੈਂ ਪਹਿਲਾਂ ਇੱਕ ਡਰਾਈਵਰ ਸੀਗਾ, ਮੈਂ ਇਹ ਦੁਕਾਨਦਾਰੀ ਦੇ ਵਿੱਚ ਨਹੀਂ ਸੀ ਪਿਆ। ਸਭ ਤੋਂ ਪਹਿਲਾਂ ਮੈਂ ਇੱਕ ਸਿੱਖ, ਉਸ ਤੋਂ ਬਾਅਦ ਮੈਂ ਸਿੰਘ ਬਣਿਆ। ਦਲ ਪੰਥਾਂ ਦੇ ਵਿੱਚ ਸੇਵਾ ਕੀਤੀ ਹੈ ਨਾ, ਮੈਂ ਤੇ ਘੋੜਿਆਂ ਦਾ ਸੇਵਾਦਾਰ, ਤਾਂ ਮੈਂ ਲਾਂਗਰੀ ਸੇਵਾ ਕੀਤੀ ਆ। ਤਾਂ ਇਹ ਦੁਕਾਨਦਾਰੀ ਜਾਂ ਰੋਡ ਦੇ ਉੱਤੇ ਬਹਿ ਕੇ ਕਿਸੇ ਕੋਲ ਪਰਮਿਸ਼ਨ ਲੈਣੀ ਜਾਂ ਕਿੱਦਾਂ, ਕਿਉਂਕਿ ਮੈਂ ਜਦੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੇੜਾ ਕੱਢਿਆ ਕਿ ਮੈਂ ਕਿਹੜਾ ਏਰੀਆ ਸਾਫ਼ ਆ ਤੇ ਕਿਹੜਾ ਇੱਥੇ ਆਮ ਲੋਕ ਜੋ ਪ੍ਰਵਾਸੀ ਲੋਕ ਜਿਹੜੇ ਰੇਹੜੀਆਂ ਲਾ ਕੇ ਬੈਠੇ ਸੀ, ਉਹਨਾਂ ਦੇ ਵਿੱਚ ਮੰਮੀ ਆ ਕੇ ਬਹਿ ਗਿਆ ਕਿ ਇਹ ਵੀ ਬੈਠੇ ਨੇ, ਤਾਂ ਮੰਮੀ ਆਪ ਦਾ ਕੰਮ ਸ਼ੁਰੂ ਕਰ ਲੈਣਾ ਵਾ। ਮੈਨੂੰ ਇਹ ਚੀਜ਼ ਦਾ ਨਹੀਂ ਸੀ ਪਤਾ ਕਿ ਇਹਨਾਂ ਨੇ ਪਰਮਿਸ਼ਨ ਲਈ ਆ ਜਾਂ ਪਰਮਿਸ਼ਨ ਲੈਣੀ ਪੈਂਦੀ ਆ। ਤਾਂ ਮੈਂ ਆਪ ਦਾ ਕੰਮ ਸ਼ੁਰੂ ਕੀਤਾ ਕਿ ਮੈਂ 25-30 ਰੋਜ਼ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਸੀ,
ਸੀਗੇ। ਇਹ 25-30 ਰੋਜ਼ ਤੋਂ ਬਾਅਦ ਮੇਰੇ ਕੋਲ ਆਏ ਆ, ਜਾਂ ਮੇਰੇ ਕੋਲ ਹਫਤੇ ਜਾਂ 2 ਦਿਨਾਂ ਬਾਅਦ ਹੀ ਆ ਜਾਂਦੇ ਤਾਂ ਮੈਨੂੰ ਪਤਾ ਲੱਗ ਜਾਂਦਾ ਮੈਂ ਪਰਮਿਸ਼ਨ ਲੈ ਕੇ ਕੰਮ ਕਰਦਾ ਜਾਂ ਮੈਂ ਨਵੀਂ ਜਗ੍ਹਾ ਤੇ ਆਪਦਾ ਕੰਮ ਸ਼ੁਰੂ ਕਰਦਾ। ਜਦੋਂ ਮੇਰਾ ਪੂਰਾ ਹੋਲਡ ਬਣ ਚੁੱਕਿਆ ਉਦੋਂ ਜਿਹੜਾ ਮੇਰਾ ਇਹਨਾਂ ਨੇ ਜਿਹੜਾ ਬਿਲਕੁਲ ਹੀ ਆ ਕੰਮ ਨਵੇਂ ਸਿਰੇ ਤੋਂ ਜਿਹੜਾ ਸ਼ੁਰੂ ਕਰਨ ਦਾ ਜਿਹੜਾ ਮੈਨੂੰ ਕਰ ਦਿੱਤਾ ਜੀ। ਜੇ ਤੁਹਾਡੇ ਵੱਲੋਂ ਦੁਕਾਨ ਲਗਾਈ ਗਈ ਸੀ ਕਿ ਉਹਦੇ ਆਸ-ਪਾਸ ਹੋਰ ਦੁਕਾਨਾਂ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਾਂ ਹੋਰ ਕੀ ਲੋਕਾਂ ਦੇ ਵੱਲੋਂ ਲਗਾਈਆਂ ਗਈਆਂ ਕਿ ਜਾਂ ਹਟਾ ਦਿੱਤੀਆਂ ਉਹ? ਜੀ ਉਹ ਅੱਜ ਵੀ ਲੱਗੀਆਂ ਨੇ ਤੇ ਕੱਲ ਵੀ 5-7 ਮਿੰਟ ਬਾਅਦ ਜਦੋਂ ਇਹ ਕਾਰਪੋਰੇਸ਼ਨ ਵਾਲੇ ਜਿਹੜੇ ਅਫਸਰ ਆਏ ਸੀਗੇ ਮੇਰਾ ਸਮਾਨ ਚੱਕ ਕੇ ਲੈ ਗਏ। ਜੋ ਮੇਰਾ ਸੁਨਹਿਰਾ ਸਲੂਤਰ ਸੀਗਾ ਜਦੋਂ ਉਹਨਾਂ ਨੂੰ ਹੱਥ ਪਾਇਆ ਤਾਂ ਫਿਰ ਉਹਨਾਂ ਨੇ ਮੈਂ ਥੋੜਾ ਜਿਹਾ ਤੱਤਾ ਹੋਇਆ ਕਿ ਮੈਂ ਸੁਨਹਿਰੇ ਸਲੂਤਰ ਨੂੰ ਨਹੀਂ ਹੱਥ ਲਾਉਣ ਦੇ ਸਕਦਾ ਕਿਉਂਕਿ ਇਹਦੀ ਤਾਂ ਮੈਂ ਪੂਜਾ ਕਰਦਾ ਆ। ਇਹ ਪਾਤਸ਼ਾਹ ਦਾ ਦਿੱਤਾ ਹੋਇਆ ਅਸੀਂ ਮੰਗ ਕੇ ਲਈ ਆ, ਇਹ ਕੁਰਬਾਨੀਆਂ ਕਰਕੇ ਸੁਨਹਿਰਾ ਸਲੂਤਰ ਲਿਆ ਵਾ। ਇਸ ਕਰਕੇ ਅਸੀਂ ਇਹਨੂੰ ਝੂਠਾ ਹੱਥ ਜਾਂ ਇਹਨੂੰ ਜੋੜਾ ਪਾ ਕੇ ਕੋਈ ਆਮ ਬੰਦਾ ਇਹਨੂੰ ਹੱਥ ਨਹੀਂ ਲਾ ਸਕਦਾ। ਉਸ ਤੋਂ ਬਾਅਦ ਬਾਕੀ ਜੋ ਸ਼ਰਦਾਈਆਂ ਲੱਗੀਆਂ ਸੀਗੀਆਂ ਉਹਨਾਂ ਨੇ ਵਰਤਾਉਣ ਦੀ ਆਗਿਆ ਵੀ ਦੇ ਦਿੱਤੀ। ਤਾਂ ਉਹ ਜਦੋਂ ਆਏ ਸੀ ਉਦੋਂ ਹੀ ਗਰਮ ਸੀਗੇ। 5-7 ਮਿੰਟਾਂ ਬਾਅਦ ਜਦੋਂ ਸੰਗਤ ਦਾ ਸਾਥ ਮਿਲਿਆ, ਸੰਗਤ ਨੇ ਕਿਹਾ ਵੀ ਹਾਂ ਇਹ ਸ਼ਰਦਾਈ ਜਿਹੜੀ ਆ ਇਹਨਾਂ ਨੇ ਮਿਹਨਤ ਲਾ ਕੇ ਬਣਾਈਆਂ, ਇਹ ਛਕਣੀ ਅਸੀਂ, ਤਾਂ ਉਹਨਾਂ ਨੇ ਛਕਣ ਦੀ ਆਗਿਆ ਦੇ ਦਿੱਤੀ। ਬਾਕੀ ਮੇਰੀ ਜੋ ਟਰਾਲੀ ਜਾਂ ਥੋੜਾ ਸਮਾਨ ਲੈ ਕੇ ਗਿਆ ਬਾਕੀ ਮੇਰੇ ਕੋਲ ਸੀਗਾ, ਉਹ ਸਵੇਰੇ ਮੈਂ ਜਾ ਕੇ ਸਮਾਨ ਲੈ ਆਇਆ। ਜਦੋਂ ਕੋਈ ਨਗਰ ਨਿਗਮ ਕਾਰਵਾਈ ਕਰਦਾ ਪੁਲਿਸ ਨੂੰ ਨਾਲ ਲਿਆ ਕੇ ਤੇ ਕਾਫੀ ਰੇੜੀਆਂ ਇੱਧਰ ਉੱਧਰ ਚਲੇ ਜਾਂਦੀਆਂ, ਕੋਈ ਭਈਏ ਜਿਹੜੇ ਪ੍ਰਵਾਸੀ ਹੁੰਦੇ ਆ ਉਹ ਇੱਧਰ ਉੱਧਰ ਲੈ ਜਾਂਦੇ ਆ, ਤੁਸੀਂ ਕਿਉਂ ਨਹੀਂ ਉਹ ਆਈਡੀਆ ਵਰਤਿਆ ਕਿ ਸ਼ਾਇਦ ਦਿਨ ਲੰਘ ਜੂਗਾ, ਇੱਧਰ ਉੱਧਰ ਲੰਘ ਜੂਗਾ, ਦਿਨ ਸਮਾਂ ਲੰਘ ਜੂਗਾ ਤਾਂ ਫਿਰ ਮੈਂ ਉੱਥੇ ਲਾ ਲਾਂਗਾ, ਤੁਸੀਂ ਪੱਕਾ ਅੱਡਾ ਫਿਰ ਕਿਤੇ ਲਾ ਲਿਆ? ਜੀ ਮੈਨੂੰ ਇੱਥੇ ਜੀ ਇਹ ਤਾਂ ਮੈਨੂੰ ਪਰਮਿਸ਼ਨ ਲੈ ਕੇ ਕੰਮ ਸ਼ੁਰੂ ਕੀਤਾ ਨਾ, ਇਹ ਤੇ ਗੁਰੂ ਪਾਤਸ਼ਾਹ ਦਾ ਦਿੱਤਾ। ਮੈਂ ਤੁਹਾਨੂੰ ਦੱਸਣ ਡਿਆ ਕਿ ਪਾਤਸ਼ਾਹ ਨੇ ਚੰਗਾ ਸੋਚਿਆ ਤਾਂ ਇਹ ਤੇ ਮੇਰੇ ਚੰਗੇ ਵਾਸਤੇ ਆ। ਜਦੋਂ ਇੱਥੋਂ ਉਠਾਉਣਗੇ ਤੇ ਪਾਤਸ਼ਾਹ ਨੇ ਹੋਰ ਚੰਗਾ ਸੋਚ ਲਿਆ ਹੋਊਗਾ ਹਨਾ ਜੀ। ਮੈਂ ਸ਼ੁਰੂ ਕੰਮ ਕੀਤਾ ਸੀਗਾ ਤਾਂ ਮੈਂ ਥੱਲੇ ਲੈਵਲ ਤੋਂ ਕੰਮ ਸ਼ੁਰੂ ਕੀਤਾ। ਮੈਂ ਘਰੋਂ ਹੀ ਸਮਾਨ ਚੁੱਕ ਕੇ ਲਿਆਂਦਾ। ਮੈਂ ਮੁੱਲ ਲੈਣ ਦੀ ਮੇਰੇ ਕੋਲ ਸ਼ਮਤਾ ਨਹੀਂ ਹੈਗੀ, ਨਾ ਮੇਰੇ ਕੋਲ ਮਾਇਆ ਹੈਗੀ ਸੀ ਕਿ ਮੈਂ ਮੁੱਲ ਲੈ ਕੇ ਜੋ ਮੇਰੇ ਘਰੇ ਸਮਾਨ ਪਿਆ ਸੀ ਸੋਚੋ ਸਮਾਨ ਲੈ ਕੇ ਮੈਂ ਆਪਦਾ ਕੰਮ ਸ਼ੁਰੂ ਕਰ ਲਿਆ। ਤਿਉਂ ਕੰਮ ਚੱਲਿਆ, ਤਿਉਂ ਸੰਗਤ ਦਾ ਮਾਇਆ ਜਿਹੜੀ ਮੇਰੇ ਕੋਲ ਤਿਉਂ ਮੈਂ ਮਹਾਰਾਜ ਤਰੱਕੀ ਦੇ ਰਾਹਾਂ ਵੱਲ ਮੈਨੂੰ ਤੋਰ ਰਿਹਾ। ਤਾਂ ਜੇ ਮੈਨੂੰ ਹੋਰ ਸੱਟ ਵੱਜੂਗੀ ਤਾਂ ਮੈਂ ਹੋਰ ਜਿਹੜਾ ਵਾ ਉਭਰਾਂਗਾ ਜੀ। ਗੁਲਾਬ ਸਿੰਘ ਜੀ, ਗੱਲ ਕਰੀਏ ਬਹੁਤ ਸਾਰੇ ਲੋਕ ਮੀਡੀਆ ਦੇ ਜ਼ਰੂਰ ਤੁਹਾਡੇ ਨਾਲ ਜੁੜੇ ਸੀ, ਲੋਕ ਦੁਕਾਨਦਾਰੀ ਤੁਹਾਡੀ ਚੱਲੀ ਸੀ। ਦੂਜੇ ਪਾਸੇ ਇਹ ਗੱਲ ਕਰੀਏ ਕਿ ਹੁਣ ਦੁਕਾਨ ਤੁਸੀਂ ਚੇਂਜ ਕਰ ਦਿੱਤੀ, ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਲੋਕਾਂ ਨੂੰ ਕਿ ਕਿਹੜੀ ਜਗ੍ਹਾ ਤੇ ਹੁਣ ਨਵੀਂ ਦੁਕਾਨ ਖੋਲੀ ਹੋਈ ਹੈ। ਜੀ ਦੇਖੋ ਇਹ ਮਾਲ ਰੋਡ ਵਾਲੀ ਸਾਈਡ ਆ ਜੀ, ਠੰਡੀ ਖੂਹੀ ਦੇ ਸਾਹਮਣੇ ਜਿਹੜਾ ਵਾ ਕੰਪਨੀ ਬਾਗ ਦਾ ਮੇਨ ਗੇਟ ਆ, ਅੰਦਰ ਵੇਰਕਾ ਬੂਥ ਦੇ ਨਾਲ ਹੀ ਆਪਣਾ ਜਿਹੜਾ ਪੜਾਅ ਵਾ ਸੁਨਹਿਰਾ ਸਲੂਤਰ ਉੱਥੇ ਖੜਕੂਗਾ ਜੀ। ਤਾਂ ਇਹ ਨਿਹੰਗ ਗੁਲਾਬ ਸਿੰਘ ਨੇ ਜਿਨ੍ਹਾਂ ਨੇ ਦੁਕਾਨ ਆਪਣੀ ਚੇਂਜ ਕਰ ਦਿੱਤੀ ਹੈ। ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੀ ਦੁਕਾਨ ਜਿਹੜੀ ਉੱਥੋਂ ਉਠਾ ਦਿੱਤੀ ਗਈ ਸੀ, ਜਿਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਪ੍ਰਸ਼ਾਸਨ ਦੇ ਹੁਕਮ ਸੀ ਉਹ ਮੈਂ ਹੁਕਮਾਂ ਦੀ ਪਾਲਣਾ ਕੀਤੀ ਆ। ਮੈਂ ਹੁਣ ਜਿਹੜਾ ਕੰਪਨੀ ਬਾਗ ਦੇ ਅੰਦਰ ਜਿਹੜੀ ਡੇਅਰੀ ਆ ਉਹਦੇ ਨਜ਼ਦੀਕ ਜਿਹੜੀ ਆਪਣੀ ਦੁਕਾਨ ਖੋਲ ਰਿਹਾ।